ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜੇ ਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਮੈਂ ਹਾਂ ਜਗਜੀਤ ਸਿੰਘ ਪੰਜੋਲੀ। ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੀ ਰਹਿਣੀ ਮੰਨੀ ਜਾਂਦੀ ਹੈ, ਇੱਕ ਪੰਥਕ ਰਹਿਣੀ, ਇੱਕ ਸ਼ਖਸੀ ਰਹਿਣੀ। ਪੰਥਕ ਰਹਿਣੀ ਦੇ ਵਿੱਚ ਹਰ ਇੱਕ ਇਨਸਾਨ ਜਿਹੜਾ ਹੈ ਪੰਥਕ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਉਂਦਾ, ਤਾਂ ਉਹ ਪੰਥਕ ਖੇਤਰ ਦੇ ਵਿੱਚ ਉਹਦਾ ਜਿਹੜਾ ਯੋਗਦਾਨ ਹੁੰਦਾ ਹੈ ਅਤੇ ਉਹ ਪੰਥ ਨੂੰ ਸੇਧ ਦਿੰਦਾ। ਪੰਥ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਗੁਰਮਤਿ ਮਰਿਆਦਾ ਦੇ ਅਨੁਸਾਰ ਉੱਥੇ ਰਹਿ ਕੇ ਪੰਥਕ ਜ਼ਿੰਮੇਵਾਰੀ ਨਿਭਾਉਂਦਾ ਹੈ। ਅਤੇ ਬਹੁਤ ਸਾਰੇ ਲੋਕ ਐਸੇ ਹੈਗੇ ਜਿਹੜੇ ਪੰਥਕ ਜੀਵਨ ਜਿਹੜਾ ਬਤੀਤ ਕਰਦੇ ਕਰਦੇ ਸਮਾਜ ਨੂੰ ਵੱਡੀ ਸੇਧ ਜਿਹੜੀ ਦਿੰਦੇ ਆ। ਸੋ ਇੱਕ ਧਰਮ ਸਿੰਘ ਕਾਸਤੀਵਾਲ ਜਿਹੜੇ ਹੋਏ ਨੇ, ਉਹਨਾਂ ਦੇ ਵਾਈਫ ਨੇ ਬੀਬੀ ਸੰਦੀਪ ਕੌਰ, ਜਿਹੜੇ ਧਰਮ ਸਿੰਘ ਚੈਰੀਟੇਬਲ ਟਰਸਟ ਵੀ ਚਲਾ ਰਹੇ ਨੇ, ਅਤੇ ਉਹਨਾਂ ਦਾ ਖਾੜਕੂਵਾਦ ਦੇ ਦੌਰ ਜਿਹੜਾ ਹੈਗਾ ਉਹ ਹੱਡੀ ਹੰਢਾਇਆ। ਜਾਣਾਂਗੇ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਉਹ ਦੌਰ ਜਿਹੜਾ ਰਿਹਾ, ਉਹਦੇ ਵਿੱਚ ਕੀ ਕੁਝ ਬੀਤਿਆ, ਕਿਉਂਕਿ ਸਾਰਾ ਪੰਜਾਬ ਇਸ ਗੱਲ ਨੂੰ ਜਾਣਦਾ ਹੈਗਾ ਖਾੜਕੂਵਾਦ ਦੇ ਦੌਰ ਨੂੰ। ਅਤੇ ਅੱਜ ਚੈਰੀਟੇਬਲ ਟਰਸਟ ਦੇ ਜ਼ਰੀਏ ਉਹ ਸਮਾਜ ਭਲਾਈ ਦੇ ਕਾਰਜ ਜਿਹੜੇ ਨੇ ਉਹ ਵੱਡੇ ਪੱਧਰ 'ਤੇ ਕਰ ਰਹੇ ਨੇ। ਇਸ ਵਕਤ ਗਲੋਬਲ ਪੰਜਾਬ ਦੇ ਨਾਲ ਹਾਜ਼ਰ ਨੇ। ਮੈਡਮ, ਤੁਹਾਡਾ ਗਲੋਬਲ ਪੰਜਾਬ ਟੀਵੀ 'ਤੇ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਗਲੋਬਲ ਦੀ ਟੀਮ ਦਾ, ਜਿਹੜੇ ਸਾਡੇ ਇੱਥੇ ਪਹੁੰਚ ਕੇ ਅਤੇ ਸਾਨੂੰ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਦੇ ਰਹੇ ਨੇ। ਤੁਸੀਂ ਖਾੜਕੂਵਾਦ ਦਾ ਦੌਰ ਜਿਹੜਾ ਹੱਡੀ ਹੰਢਾਇਆ ਹੈਗਾ, ਤਾਂ ਤੁਹਾਨੂੰ ਸਾਰਾ ਉਸ ਗੱਲ ਦਾ ਤੁਸੀਂ ਆਪ ਇੱਕ ਗਵਾਹ ਹੈਗੇ ਹੋ, ਅਤੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਸ ਦੌਰ ਦਾ ਹਿੱਸਾ ਰਹੇ ਹੋ, ਤਾਂ ਉਹਦੀਆਂ ਕੁਝ ਗੱਲਾਂ, ਕੁਝ ਜਿਹੜੇ ਘਟਨਾਵਾਂ ਨੇ ਜ਼ਰੂਰ ਸਾਂਝੀਆਂ ਕਰੋ। ਹਾਂ ਬਿਲਕੁਲ ਜੀ। ਜੂਨ 1984 ਦੇ ਵਿੱਚ, ਅਸਲ ਵਿੱਚ ਇਹ ਦੌਰ ਤਾਂ 1978 ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀਗਾ, ਜਦੋਂ 13 ਸਿੰਘ ਜਿਹੜੇ ਉਹ ਸ਼ਹੀਦ ਕੀਤੇ ਗਏ ਸੀ। ਹੁਣ ਵੀ ਜਿਵੇਂ ਕਿ ਜੂਨ ਦਾ ਮਹੀਨਾ 1-2 ਦਿਨਾਂ ਤੱਕ ਚੜ੍ਹ ਜਾਣਾ, ਅਤੇ ਜੂਨ ਦਾ ਮਹੀਨਾ ਚੜ੍ਹਦਿਆਂ ਸਾਰ ਹੀ ਜਿਹੜੀਆਂ ਉਹ ਯਾਦਾਂ ਨੇਗੀਆਂ, ਵੈਸੇ ਤਾਂ ਉਹ ਸਾਲ ਭਰ ਉਹ ਯਾਦਾਂ ਹਮੇਸ਼ਾ ਨਾਲ ਹੀ ਰਹਿੰਦੀਆਂ ਨੇਗੀਆਂ, ਪਰ ਖ਼ਾਸ ਤੌਰ 'ਤੇ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਏ, ਗਰਮੀ ਸ਼ੁਰੂ ਹੋ ਜਾਂਦੀ ਹੈ, ਅਤੇ ਉਹ ਯਾਦਾਂ ਵੀ ਨਾਲ ਦੀ ਨਾਲ ਹੀ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਨੇਗੀਆਂ ਕਿ ਕਿਸ ਤਰ੍ਹਾਂ ਜੂਨ ਦੇ ਮਹੀਨੇ ਵਿੱਚ ਇੰਨੀ ਗਰਮੀ ਦੇ ਵਿੱਚ ਜਿਹੜਾ ਹੈਗਾ ਵਾ ਸਰਕਾਰ ਵੱਲੋਂ, ਮੌਕੇ ਦੀ ਹਕੂਮਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਸ੍ਰੀ ਦਰਬਾਰ ਸਾਹਿਬ 'ਤੇ ਇੱਕ ਜਿਵੇਂ ਕਿਸੇ ਵਿਰੋਧੀ ਦੇਸ਼ ਦੇ ਉੱਤੇ ਅਸੀਂ ਹਮਲਾ ਕਰਦੇ ਹਾਂ, ਇਸ ਤਰੀਕੇ ਦੇ ਨਾਲ ਉਹਨਾਂ ਨੇ ਅਟੈਕ ਕਰਕੇ, ਅਤੇ ਕਿੰਨੇ ਸਿੰਘ ਸਿੰਘਣੀਆਂ ਨੂੰ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ। ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਹੈਗਾ, ਦੁੱਧ ਪੀਂਦੇ ਬੱਚਿਆਂ ਨੂੰ ਵੀ ਜਿਹੜਾ ਹੈਗਾ ਕੰਧਾਂ ਨਾਲ ਮਾਰ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ। ਬਹੁਤ ਵੱਡੇ ਪੱਧਰ 'ਤੇ ਜਿਹੜੀ ਆ ਇੱਥੇ ਕਤਲੇਆਮ ਕੀਤੀ ਗਈ, ਅਤੇ ਉਸ ਦੇ ਵਿਰੋਧ ਦੇ ਵਜੋਂ ਹੀ, ਉਸ ਦੇ ਰੋਸ ਦੇ ਵਜੋਂ ਹੀ ਜਿਹੜੇ ਹੈਗੇ ਆ ਬਹੁਤ ਸਾਰੇ ਸਿੱਖ ਨੌਜਵਾਨ ਸਿੰਘ ਸਿੰਘਣੀਆਂ ਜਿਨ੍ਹਾਂ ਦੇ ਮਨਾਂ ਵਿੱਚ ਇਸ ਚੀਜ਼ ਦਾ ਰੋਸ ਪੈਦਾ ਹੋਇਆ। ਉਸੇ ਰੋਸ ਦਾ ਹੀ ਮੈਂ ਵੀ ਹਿੱਸਾ ਸਾਂ ਕਿ ਇਹ ਸਾਡੇ ਨਾਲ ਕਿਉਂ ਹੋਇਆ। ਤਾਂ ਉਸ ਤੋਂ ਬਾਅਦ ਕਈ ਦਹਾਕਿਆਂ ਤੱਕ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਵਾ ਉਹ ਸਾਰਾ ਸਿਸਟਮ ਚੱਲਦਾ ਰਿਹਾ, ਜਿਹਦੇ ਬਾਰੇ ਤੁਸੀਂ ਬਹੁਤ ਸਾਰੀ ਸੰਗਤ ਜਿਹੜੀ ਉਹ ਜਾਣਦੇ ਵੀ ਸੀਗੇ ਵੀ ਪੰਜਾਬ ਵਿੱਚ ਕਿਵੇਂ ਝੂਠੇ ਸੱਚੇ ਪੁਲਿਸ ਮੁਕਾਬਲੇ ਬਣਾ ਕੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਹੈਗੇ ਖ਼ਤਮ ਕਰ ਦਿੱਤੇ ਗਏ। ਔਰ ਇਸ ਚੀਜ਼ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਬਹੁਤ ਸਾਰੇ ਗਲਤ ਅਨਸਰਾਂ ਨੇ ਜਿਹੜੇ ਹੈਗੇ ਆ ਆਪਣੇ ਜਿਹੜੇ ਹੈਗੇ ਨਿੱਜੀ ਗੱਲਾਂ ਤੋਂ ਆਪਣੇ ਜਿਹੜੇ ਹੈਗੇ ਵੈਰ ਵਿਰੋਧ ਕੱਢ ਕੇ ਕਤਲੇਆਮ ਕੀਤੀ, ਅਤੇ ਉਹ ਸਾਰਾ ਜਿਹੜਾ ਸੀਗਾ ਕਤਲੇਆਮ ਜਿਹੜਾ ਹੈਗਾ ਵਾ ਉਹ ਮੂਵਮੈਂਟ ਦੀ ਝੋਲੀ ਵਿੱਚ ਪਾ ਕੇ ਅਤੇ ਮੂਵਮੈਂਟ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਅਤੇ ਇੱਕ ਤੁਹਾਡੀ ਬਿਖੜਾ ਪਿੰਡਾ ਜਿਹੜੀ ਕਿਤਾਬ ਹੈਗੀ, ਉਹਦੇ ਵਿੱਚ ਤੁਸੀਂ ਉਹ ਦੌਰ ਜਿਹੜਾ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਹਦੇ ਸੰਦਰਭ ਦੇ ਵਿੱਚ ਧਰਮ ਸਿੰਘ ਕਾਸਤੀਵਾਲ ਜਿਹੜੇ ਨੇ ਉਹਨਾਂ ਦਾ ਵੀ ਇੱਕ ਯੋਗਦਾਨ ਜਿਹੜਾ ਰਿਹਾ ਖਾੜਕੂਵਾਦ ਦੇ ਦੌਰ ਦੇ ਅੰਦਰ, ਪਰ ਜਿਹੜੀ ਸਰਕਾਰਾਂ ਹੈਗੀਆਂ ਉਹਨਾਂ ਦੀ ਨਿਗਾਹ ਦੇ ਵਿੱਚ ਉਹ ਅੱਜ ਵੀ ਅੱਤਵਾਦੀ। ਜਿਹੜੀ ਬਿਖੜਾ ਪੈਂਡਾ ਕਿਤਾਬ ਹੈਗੀ ਆ, ਐਕਚੁਅਲੀ ਇਹ ਮੈਂ ਸੰਗਰੂਰ ਜੇਲ੍ਹ ਵਿੱਚ ਹੀ ਰਹਿ ਕੇ ਲਿਖੀ ਆ। ਜਿਸ ਟਾਈਮ ਮੈਂ ਲਿਖ ਰਹੀ ਸੀ ਉਸ ਟਾਈਮ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਇੱਕ ਨਾ ਇੱਕ ਦਿਨ ਜਿਹੜੀ ਹੈਗੀ ਆ ਇਹ ਮੇਰੀਆਂ ਡਾਇਰੀਆਂ ਦਾ ਹਿੱਸਾ ਜਿਹੜਾ ਹੈਗਾ, ਨਿੱਜੀ ਡਾਇਰੀਆਂ ਦਾ ਜਿਹੜਾ ਹਿੱਸਾ ਇਹ ਇੱਕ ਨਾ ਇੱਕ ਦਿਨ ਕਿਤਾਬੀ ਰੂਪ ਵੀ ਲਏਗਾ। ਉਸ ਟਾਈਮ 'ਤੇ ਲਿਖਣ ਦਾ ਕਾਰਨ ਸਿਰਫ ਇਹੀ ਸੀਗਾ ਕਿ ਇਨਸਾਨ ਨੂੰ ਇੱਕ ਆਦਤ ਹੁੰਦੀ ਹੈ ਕਿ ਆਪਣੇ ਮਨ ਦੀ ਗੱਲ ਜਿਹੜੀ ਹੈਗੀ, ਮਨ ਦੀ ਭੜਾਸ ਜਿਹੜੀ ਉਹ ਜਿੰਨੀ ਦੇਰ ਕਿਸੇ ਨਾ ਕਿਸੇ ਨਾਲ ਸਾਂਝੀ ਨਹੀਂ ਕਰਦਾ ਅਤੇ ਉਹਨੂੰ ਕੰਫਰਟੇਬਲ ਮਹਿਸੂਸ ਨਹੀਂ ਕਰਦਾ ਹੈਗਾ। ਤਾਂ 1992 ਤੋਂ ਲੈ ਕੇ 96 ਤੱਕ ਮੈਂ ਸੰਗਰੂਰ ਜੇਲ੍ਹ ਵਿੱਚ ਬੰਦ ਰਹੀ ਹੈਗੀ ਹਾਂ। ਤਾਂ ਉਸ ਟਾਈਮ ਹਾਲਾਤ ਇਹ ਸੀ ਕਿ ਅਸੀਂ ਕਿਸੇ ਦੇ ਨਾਲ ਵੀ ਆਪਣੇ ਮਨ ਦੀ ਗੱਲ ਜਿਹੜੀ ਉਹ ਸਾਂਝੀ ਨਹੀਂ ਕਰ ਸਕਦੇ। ਕੋਈ ਪਤਾ ਨਹੀਂ ਕਿਹੜਾ ਏਜੰਸੀਆਂ ਨੇ ਕਿਹੜੀ ਬੀਬੀ ਤੁਹਾਡੇ ਨਾਲ ਜੋੜੀ ਹੋਈ ਆ।
ਦੇ ਇਸ ਕਰਕੇ ਮੈਂ ਆਪਣੀਆਂ ਡਾਇਰੀਆਂ ਦੇ ਉੱਤੇ ਆਪਣੇ ਮਨ ਦੀਆਂ ਜਿਹੜੀਆਂ ਗੱਲਾਂ ਸੀਗੀਆਂ, ਆਪਣੀਆਂ ਭਾਵਨਾਵਾਂ ਸੀ, ਜੋ ਵੀ ਚਾਰੇ ਪਾਸੇ ਹੋ ਰਿਹਾ ਸੀ, ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ, ਉਹਨਾਂ ਨੂੰ ਮੈਂ ਕਲਮਬੰਦ ਕਰਦੀ ਗਈ, ਆਪਣੇ ਨਿੱਜੀ ਤੌਰ ਦੇ ਉੱਤੇ ਆਪਣੀ ਡਾਇਰੀ ਦੇ ਉੱਤੇ ਲਿਖਦੀ ਗਈ। ਅਤੇ ਇਸ ਸਮੇਂ ਦੇ ਨਾਲ ਉਹ ਜਿਹੜੀ ਹੈਗੀ ਆ ਬਿਖੜਾ ਪੈਂਡਾ ਕਿਤਾਬ ਜਿਹੜੀ ਹੈਗੀ ਉਹ ਇੱਕ ਕਿਤਾਬੀ ਰੂਪ ਲੈ ਕੇ ਅਤੇ ਅੱਜ ਸੰਗਤਾਂ ਦੇ ਸਾਹਮਣੇ 2008 ਵਿੱਚ ਜਿਹੜੀ ਹੈਗੀ ਆ ਉਹ ਪੜ੍ਹਨ ਵਾਸਤੇ ਸੰਗਤਾਂ ਨੂੰ ਅਸੀਂ ਜਿਹੜੀ ਉਹਨਾਂ ਦੀ ਹਾਜ਼ਰ ਕੀਤੀ ਗਈ। ਤੁਸੀਂ 92 ਤੋਂ 96 ਤੱਕ ਸੰਗਰੂਰ ਜੇਲ੍ਹ ਦੇ ਵਿੱਚ ਰਹੇ ਹੋ, ਤਾਂ ਸੰਗਰੂਰ ਜੇਲ੍ਹ ਦਾ ਤਜਰਬਾ ਕਿਹੋ ਜਿਹਾ ਰਿਹਾ? ਕਿਉਂਕਿ ਜਿਹੜਾ ਵੀ ਕੋਈ ਵੱਡਾ ਲੀਡਰ ਬਣਦਾ ਜਾਂ ਕੋਈ ਆਗੂ ਬਣਦਾ ਤਾਂ ਉਹ ਜੇਲ੍ਹ ਕੱਟਣੀ ਕਹਿੰਦੇ ਉਹਦੇ ਲਈ ਜ਼ਰੂਰੀ ਹੁੰਦੀ ਹੈ। ਜੇਲ੍ਹ ਕੱਟ ਕੇ ਉੱਥੋਂ ਆਗੂ ਨਿਕਲਦੇ ਆ। ਤੁਸੀਂ ਸਮਾਜ ਦੇ ਇੱਕ ਆਗੂ ਬਣ ਗਏ ਹੋ, ਸਮਾਜ ਦੇ ਵਿੱਚ ਸਮਾਜ ਦੇ ਭਲੇ ਲਈ ਕੰਮ ਕਰ ਰਹੇ ਹੋ, ਅਤੇ ਆਪਾਂ ਬਾਅਦ 'ਚ ਆਵਾਂਗੇ। ਜੇਲ੍ਹ ਦਾ ਤਜਰਬਾ ਜ਼ਰੂਰ ਸਾਂਝਾ। ਦੇਖੋ, ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਹੈਗੀ ਆ। ਬੜਾ ਮੁਸ਼ਕਿਲ ਸੀ, ਬਹੁਤ ਮੁਸ਼ਕਿਲ ਟਾਈਮ ਹੁੰਦਾ ਜਿਹੜਾ ਜੇਲ੍ਹ ਕੱਟਣੀ ਹੈਗੀ ਆ। ਜੇਲ੍ਹ ਦੇ ਬਾਹਰ ਤਾਂ ਵੈਸੇ ਲਿਖਿਆ ਹੁੰਦਾ ਸੁਧਾਰ ਘਰ, ਪਰ ਅੰਦਰ ਉਹ ਵਿਗਾੜਨ ਦੇ ਲਈ ਬਹੁਤ ਕੁਛ ਜਿਹੜਾ ਹੈਗਾ ਅੰਦਰ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈਗਾ। ਜਿਵੇਂ ਕਿ ਹਰ ਤਰ੍ਹਾਂ ਦੇ ਨਸ਼ੇ ਜੇਲ੍ਹਾਂ ਵਿੱਚ ਮਿਲਦੇ ਨੇਗੇ ਅੱਜ ਕੱਲ੍ਹ, ਤਾਂ ਬਹੁਤ ਜ਼ਿਆਦਾ ਹਰ ਇੱਕ ਤਰ੍ਹਾਂ ਦੀ ਜਿਹੜਾ ਹੈਗਾ ਨਸ਼ਾ। ਹਾਂ, ਹਰ ਇੱਕ ਚੀਜ਼ ਦਾ ਜਿਹੜਾ ਰੇਟ, ਜਿਹੜੀ ਤੁਹਾਨੂੰ ਬਾਹਰ ਚੀਜ਼ 100 ਰੁਪਏ ਦੀ ਮਿਲਦੀ, ਅੰਦਰ 500 ਰੁਪਏ ਦੀ ਮਿਲੇਗੀ। ਅਤੇ ਬਹੁਤ ਕੁਛ ਇਸ ਤਰ੍ਹਾਂ ਦਾ ਹੁੰਦਾ ਹੈਗਾ। ਮੇਰਾ ਤਾਂ ਜਿਹੜਾ ਜੇਲ੍ਹ ਵਿੱਚ ਜਿਹੜਾ ਤਜਰਬਾ ਸੀ, ਮੈਂ ਜਿਹੜੀ ਜੇਲ੍ਹ ਕੱਟੀ ਹੈਗੀ ਆ, ਮੈਂ ਪੁਰਾਤਨ ਸਿੰਘਣੀਆਂ ਨੂੰ ਯਾਦ ਕਰਕੇ ਹੀ ਜੇਲ੍ਹ ਕੱਟੀ ਹੈਗੀ ਆ। ਮੈਂ ਜਦ ਵੀ ਜੇਲ੍ਹ ਵਿੱਚ ਮੈਨੂੰ ਕੋਈ ਮੁਸ਼ਕਿਲ ਆਈ ਆ, ਕੋਈ ਦੁੱਖ ਤਕਲੀਫ ਆਈ ਆ, ਜਿਵੇਂ ਗਰਮੀਆਂ ਦੇ ਮੌਸਮ ਵਿੱਚ, ਸਰਦੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਕਿ ਤੁਹਾਡੇ ਉੱਪਰ 200-200 ਵਾਟ ਦੇ ਜਿਹੜੇ ਉੱਪਰ ਤੁਹਾਡੀ ਚੱਕੀ ਦੇ ਉੱਪਰ ਜਿਹੜੇ ਬਲਬ ਜਗ ਰਹੇ ਹੁੰਦੇ ਆ, ਔਰ ਹੀਟਰ ਨਾਲੋਂ ਵਾਧੋ ਸੇਕ ਦਿੰਦੇ ਇੰਨੀ ਗਰਮੀ ਦੇ ਮੌਸਮ ਵਿੱਚ। ਉਹ ਬਹੁਤ ਜ਼ਿਆਦਾ ਮੁਸ਼ਕਿਲ ਸਮਾਂ ਹੁੰਦਾ ਹੈਗਾ ਵਾ। ਦੇ ਜਦੋਂ ਉਹ ਮੁਸ਼ਕਿਲਾਂ, ਉਹ ਤਕਲੀਫਾਂ ਵਿੱਚੋਂ ਜਦੋਂ ਉਹ ਹੁੰਦੀਆਂ ਸੀ, ਅਤੇ ਇੰਝ ਲੱਗਦਾ ਸੀ ਕਿ ਜਿਹੜੀਆਂ ਪੁਰਾਤਨ ਸਿੰਘਣੀਆਂ ਨੇ, ਜਿਨ੍ਹਾਂ ਨੇ ਜੇਲ੍ਹਾਂ ਦੇ ਵਿੱਚ ਸਵਾ ਮਨ ਪੀਸਣ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ, ਗਲਾਂ 'ਚ ਹਾਰ ਪਰੋ ਕੇ ਪਾਏ, ਮੈਂ ਉਹਨਾਂ ਸਿੰਘਣੀਆਂ ਨੂੰ ਯਾਦ ਕਰਕੇ ਤਾਂ ਫਿਰ ਮੈਂ ਉਹ ਜੇਲ੍ਹ ਕੱਟੀ ਹੈਗੀ ਆ। ਕਿ ਮਤਲਬ ਉਹ ਜਿਹੜੀਆਂ ਦੁੱਖ ਤਕਲੀਫਾਂ ਸੀ, ਉਹਨਾਂ ਸਿੰਘਣੀਆਂ ਦੇ ਮੁਕਾਬਲੇ ਤਾਂ ਕੁਛ ਵੀ ਨਹੀਂ ਸੀ ਲੱਗਦੀਆਂ ਹੈਗੀਆਂ। ਤਾਂ ਬੜੇ ਆਰਾਮ ਦੇ ਨਾਲ, ਬੜੇ ਸਬਰ ਸੰਤੋਖ ਦੇ ਨਾਲ, ਜੋ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸੀਗੀਆਂ, ਉਹਦੇ ਅਨੁਸਾਰ ਜਿਹੜੀ ਮੈਂ ਜੇਲ੍ਹ ਜਿਹੜੀ ਕੱਟੀ ਹੈਗੀ ਆ। ਤੁਸੀਂ 92 ਤੋਂ 96 ਤੱਕ ਜੇਲ੍ਹ ਕੱਟੀ। ਉਹ ਤੋਂ ਬਾਅਦ ਭਾਈ ਧਰਮ ਸਿੰਘ ਕਾਸਤੀਵਾਲ ਦੇ ਨਾਂ 'ਤੇ ਜਿਹੜਾ ਚੈਰੀਟੇਬਲ ਟਰੱਸਟ ਬਣਾਇਆ, ਉਹਦਾ ਫੁਰਨਾ ਕਦੋਂ ਫੁਰਿਆ? ਮੈਂ ਜੇਲ੍ਹ ਵਿੱਚ ਸੀਗੀ ਜਦੋਂ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਜਿਹੜੇ ਵੀ ਸਿੰਘ ਸ਼ਹੀਦ ਹੋ ਗਏ ਨੇਗੇ, ਉਹਨਾਂ ਦੇ ਬੱਚੇ, ਜਿਵੇਂ ਕਿ ਮੇਰਾ ਆਪ ਦਾ ਬੇਟਾ ਸੀਗਾ। ਮੇਰੇ ਮਦਰ ਜਦੋਂ ਵੀ ਮੇਰੀ ਮੁਲਾਕਾਤ ਕਰਨ ਜਾਂਦੇ, ਮੈਂ ਉਹਨਾਂ ਨੂੰ ਪੁੱਛਦੀ ਕਿ ਉਹਦੀ ਸਟੱਡੀ ਦਾ ਕਿਵੇਂ ਚੱਲ ਰਿਹਾ, ਉਹਦੀ ਪੜ੍ਹਾਈ ਕਿਵੇਂ ਚੱਲ ਰਹੀ ਆ। ਤਾਂ ਮਦਰ ਮੈਨੂੰ ਕਦੀ ਕਹਿ ਦਿੰਦੇ ਕਿ ਤੇਰੀ ਸਿਸਟਰ ਕੋਲ ਉਹਨੂੰ ਪੜ੍ਹਨੇ ਪਾਇਆ, ਕਦੀ ਕਹਿ ਦਿੰਦੇ ਪਿੰਡ ਲੈ ਗਏ। ਕੋਈ ਵੀ ਪ੍ਰੋਪਰ ਜਿਹੜੀ ਜਗ੍ਹਾ ਉਹਦੇ ਲਈ ਨਹੀਂ ਸੀ, ਕਿਉਂਕਿ ਉਹਨਾਂ ਦਿਨਾਂ 'ਚ ਪੁਲਿਸ ਦਾ ਬਹੁਤ ਡਰ ਸੀਗਾ। ਪੁਲਿਸ ਬੱਚਿਆਂ ਨੂੰ ਵੀ ਚੁੱਕ ਕੇ ਲਾਪਤਾ ਕਰ ਦਿੰਦੀ ਸੀ। ਬਹੁਤ ਸਾਰੇ ਸਿੰਘਾਂ ਦੇ ਬੱਚਿਆਂ ਨੂੰ ਨਾਲ ਹੀ ਝੂਠੇ ਸੱਚੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਗਿਆ। ਅਤੇ ਮੇਰੇ ਵੀ ਮਾਪਿਆਂ ਦੇ ਮਨ ਵਿੱਚ ਬਹੁਤ ਜ਼ਿਆਦਾ ਵੱਡਾ ਡਰ ਅਤੇ ਸਹਿਮ ਸੀਗਾ ਕਿ ਬੱਚੇ ਨੂੰ ਕਿਤੇ ਬੱਚਾ ਉਹਨਾਂ ਦੇ ਕਾਬੂ ਨਾ ਆ ਜਾਵੇ। ਇਸ ਕਰਕੇ ਉਹ ਬੜੀ ਮੁਸ਼ਕਿਲ ਦੇ ਨਾਲ ਉਹ ਜਿਹੜਾ ਉਹ ਸਾਰਾ ਸਿਸਟਮ ਚੱਲ ਰਿਹਾ ਸੀਗਾ। ਸਿੰਘ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਂ ਆਪਣੇ ਬੇਟੇ ਨੂੰ ਬੜੂ ਸਾਹਿਬ ਦੀ ਅਕੈਡਮੀ ਵਿੱਚ ਪੜ੍ਹਾਉਣਾ ਹੈਗਾ ਵਾ। ਮੈਂ ਕੁਝ ਦਿਨ ਪਹਿਲਾਂ ਆਪਣੀ ਡਾਇਰੀ 'ਤੇ ਲਿਖ ਰਹੀ ਹੈਗੀ ਹਾਂ ਇਹਨਾਂ ਨੂੰ ਸੰਬੋਧਨ ਕਰਕੇ ਕਿ ਤੁਸੀਂ ਸੋਚਿਆ ਸੀ ਕਿ ਬੜੂ ਸਾਹਿਬ ਦੀ ਅਕੈਡਮੀ ਵਿੱਚ ਪੜ੍ਹਾਉਣਾ, ਪਰ ਅੱਜ ਸਮਾਂ ਇਹ ਹੈਗਾ ਕਿ ਪਤਾ ਨਹੀਂ ਲੱਗ ਰਿਹਾ ਕਿ ਉਹਦੀ ਕਿਤੇ ਐਡਮਿਸ਼ਨ ਹੋਵੇਗੀ ਜਾਂ ਨਹੀਂ ਹੋਏਗੀ। ਮੈਂ ਚਿੰਤਾ ਵਿੱਚ ਕੁਛ ਆਪਣੀਆਂ ਜਿਹੜੀਆਂ ਲਾਈਨਾਂ ਡਾਇਰੀ 'ਤੇ ਲਿਖੀਆਂ। ਠੀਕ 20 ਦਿਨ ਬਾਅਦ ਮੇਰੇ ਫਾਦਰ ਸਾਹਿਬ ਮੇਰੇ ਕੋਲ ਜਾਂਦੇ ਨੇਗੇ, ਤਾਂ ਮੈਨੂੰ ਉਹਨਾਂ ਨੇ ਦੱਸਿਆ, ਬੇਟਾ ਮੇਰਾ ਨਾਲ ਸੀਗਾ। ਜਦ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਜੇ, ਕਿ ਬੇਟਾ ਨਾਲ ਹੈਗਾ, ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਬੜੂ ਸਾਹਿਬ ਗਏ ਸੀ। ਅਤੇ ਮੈਂ ਇੱਕਦਮ ਹੈਰਾਨ ਹੋ ਗਈ ਕਿ ਤੁਸੀਂ ਬੜੂ ਸਾਹਿਬ ਕੀ ਲੈਣ ਗਏ ਸੀਗੇ। ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਕਿ ਸਿੰਘ ਸਾਹਿਬ ਨੂੰ ਸੰਬੋਧਨ ਕਰਕੇ ਕਿ ਜੇ ਉਹ ਮੇਰੇ ਪੁੱਤਰ ਦੀ ਖਾਹਿਸ਼ ਹੀ ਕਿ ਮੈਂ ਆਪਣੇ ਬੱਚੇ ਨੂੰ ਬੜੂ ਸਾਹਿਬ ਪੜ੍ਹਾਉਣਾ, ਤਾਂ ਮੈਂ ਆਪਣੀ ਪੂਰੀ ਐਫਰਟ ਲਾ ਦੇਵਾਂਗਾ ਕਿ ਮੈਂ ਇਸ ਬੱਚੇ ਨੂੰ ਬੜੂ ਸਾਹਿਬ ਹੀ ਪੜ੍ਹਾਉਣਾ ਹੈਗਾ ਵਾ। ਤਾਂ ਫਿਰ ਉਹ ਉੱਥੇ ਜਾ ਕੇ ਉਹਨਾਂ ਨੇ ਨਾਲ ਬਾਬਾ ਜੀ ਨੂੰ ਮਿਲ ਕੇ ਉਹਨਾਂ ਦੇ ਨਾਲ ਸਾਰੀ ਗੱਲਬਾਤ ਕੀਤੀ, ਅਤੇ ਉਹਨਾਂ ਨੇ ਫ੍ਰੀ ਦੇ ਵਿੱਚ ਹੀ ਮੇਰੇ ਬੇਟੇ ਨੂੰ ਜਿਹੜਾ ਹੈਗਾ ਵਾ ਉਹਨਾਂ ਨੇ 5-6 ਸਾਲ ਜਿਹੜਾ ਉੱਥੇ ਫ੍ਰੀ 'ਚ ਹੀ ਪੜ੍ਹਾਇਆ। ਉਹ ਗੱਲ ਵੱਖਰੀ ਹੈਗੀ ਕਿ ਜਦੋਂ ਮੇਰੀ ਜ਼ਮਾਨਤ ਹੋ ਗਈ, ਮੇਰੀ ਜ਼ਮਾਨਤ ਹੁੰਦਿਆਂ ਸਾਰ ਹੀ ਬੜੂ ਸਾਹਿਬ ਦੀ ਅਕੈਡਮੀ ਦੇ ਪ੍ਰਬੰਧਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਹੁਣ ਇਹਦੀ ਮਦਰ ਜਿਹੜੀ ਹੈਗੀ ਆ, ਜਿਹੜੀ ਜੇਲ੍ਹ ਵਿੱਚ ਸੀ, ਉਹ ਬਾਹਰ ਆ ਗਈ ਆ, ਅਤੇ ਹੁਣ ਸਾਨੂੰ ਜਿਹੜੀ ਹੈਗੀ ਪੂਰੀ ਫੀਸ ਪੇ ਕਰੋ। ਫਿਰ ਮੈਂ ਆਪ ਜਾ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਬਾਹਰ ਤਾਂ ਆ ਗਈ ਹਾਂ, ਪਰ ਮੇਰੇ ਉੱਤੇ ਹਜੇ ਬਹੁਤ ਸਾਰੇ ਮੁਕੱਦਮੇ ਚੱਲ ਰਹੇ ਨੇ। ਮੈਨੂੰ ਮਹੀਨੇ ਵਿੱਚ ਕਈ ਵਾਰੀ ਤਰੀਕਾਂ 'ਤੇ ਜਾਣਾ ਪੈਂਦਾ ਹੈਗਾ। ਮੈਂ
ਫਾਈਨੈਂਸ਼ੀਅਲੀ ਮੈਂ ਨਹੀਂ ਤੁਹਾਡੀ ਉਹ ਕੁਝ ਵੀ ਫੀਸ ਇਹਦੀ ਪੇ ਨਹੀਂ ਕਰ ਸਕਦੀ ਹੈਗੀ। ਤਾਂ ਫਿਰ ਚਲੋ ਉਹਨਾਂ ਨੇ ਮੰਨ ਤਾਂ ਲਈ, ਪਰ ਮੈਨੂੰ ਬੜੀ ਇਸ ਗੱਲ ਦੀ ਹੈਰਾਨੀ ਹੋਈ ਕਿ ਕਿਹੜੀ ਸੋਚ ਲੈ ਕੇ ਕਿੰਨੀ ਡੋਨੇਸ਼ਨ ਜਿਹੜੀ ਸੰਗਤ ਉਹਨਾਂ ਨੂੰ ਦੇ ਰਹੀ ਸੀਗੀ। ਅਤੇ ਉਹਨਾਂ ਨੇ ਇਸ ਤਰ੍ਹਾਂ ਮੈਨੂੰ ਰੋਣ ਹਾਕਿਆਂ ਹੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੀ ਮੇਰੀ ਗੱਲ ਜਿਹੜੀ ਇਹ ਮੰਨੀ ਕਿ ਹਾਂ ਠੀਕ ਹੈਗਾ, ਅਸੀਂ ਇਹਨੂੰ ਫ੍ਰੀ 'ਚ ਪੜ੍ਹਾਉਂਦੇ ਹੈਗੇ ਹਾਂ। ਤਾਂ ਉਹ ਉਸੇ ਸਮੇਂ ਦੌਰਾਨ ਹੀ ਮੇਰੇ ਮਨ ਵਿੱਚ ਦੂਜੇ ਜਿਹੜੇ ਜੁਝਾਰੂ ਸਿੰਘ ਸੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਖਿਆਲ ਆਇਆ ਕਿ ਉਹਨਾਂ ਦੀ ਪੜ੍ਹਾਈ ਕਿਵੇਂ ਚੱਲ ਰਹੀ ਆ, ਉਹਨਾਂ ਦਾ ਹੁਣ ਕਿਵੇਂ ਚੱਲੇਗਾ ਸਾਰਾ ਸਿਸਟਮ। ਅਤੇ ਇਸੇ ਤਰ੍ਹਾਂ ਹੀ ਵਿਧ ਬਣਦੀ ਗਈ। ਔਰ ਮਨ ਵਿੱਚ ਜੇਲ੍ਹ ਵਿੱਚ ਆਉਣ ਤੋਂ ਪਹਿਲਾਂ ਹੀ ਮੈਂ ਇਹ ਫੈਸਲਾ ਕਰ ਚੁੱਕੀ ਸੀਗੀ ਕਿ ਮੈਂ ਬਾਹਰ ਜਾ ਕੇ ਜਿਹੜੇ ਸਿੰਘਾਂ ਦੇ ਬੱਚੇ ਹੈਗੇ ਆ ਉਹਨਾਂ ਦੀ ਪੜ੍ਹਾਈ ਲਿਖਾਈ ਵਾਸਤੇ ਸਹਿਯੋਗ ਕਰਨਾ ਹੈਗਾ। ਅਤੇ ਗੁਰੂ ਵਿਧ ਬਣਾਉਂਦਾ ਗਿਆ ਅਤੇ ਅੱਗੇ ਦੇ ਅੱਗੇ ਮੈਂ ਚੱਲਦੀ ਗਈ। ਧਰਮ ਸਿੰਘ ਚੈਰੀਟੇਬਲ ਜਿਹੜਾ ਟਰੱਸਟ ਬਣਾਇਆ ਗਿਆ ਹੈਗਾ, ਅਤੇ ਉਹਦੇ ਵਿੱਚ ਕੀ ਕੁਝ ਕਿਹੜੇ ਬੱਚੇ ਇਨਵੋਲਵ ਨੇ ਜਿਨ੍ਹਾਂ ਨੂੰ ਤੁਸੀਂ ਸਿੱਖਿਆ ਦੇ ਰਹੇ ਹੋ? ਬਜ਼ੁਰਗ ਵੀ ਨੇ ਜਿਹੜੇ ਉਹ ਸ਼ਹੀਦ ਸਿੰਘਾਂ ਦੇ ਬੱਚੇ ਵੀ ਨੇ, ਹੁਣ ਕਿਸਾਨਾਂ ਦੇ ਬੱਚੇ ਵੀ ਉਹਦਾ ਇੱਕ ਹਿੱਸਾ ਨੇ, ਤੁਸੀਂ ਉਹਨਾਂ ਦੀ ਬਾਂਹ ਫੜੀ ਹੈਗੀ ਹੈ। ਅਤੇ ਬੱਚੇ ਤੁਸੀਂ ਕਿੱਥੋਂ ਇਹ ਲੱਭਦੇ ਹੋ, ਤੁਹਾਨੂੰ ਕਿਵੇਂ ਪਤਾ ਲੱਗਦਾ? ਸ਼ੁਰੂ ਵਿੱਚ ਤਾਂ ਜਦੋਂ ਜੁਝਾਰੂ ਸਿੰਘਾਂ ਦੇ ਬੱਚੇ ਸੀਗੇ ਉਦੋਂ ਤਾਂ ਡੋਰ ਟੂ ਡੋਰ ਜਾ ਕੇ ਮੈਨੂੰ ਜਦ ਕਿ ਖੁਦ ਮੈਂ ਇਸ ਫੀਲਡ ਵਿੱਚ ਰਹੀ ਹਾਂ, ਮੈਨੂੰ ਪਤਾ ਸੀ ਕਿਹੜੇ ਸਿੰਘ ਦੇ ਬੱਚੇ ਨੇਗੇ, ਕੀ ਹਿਸਾਬ ਕਿਤਾਬ ਹੈਗਾ। ਅਤੇ ਡੋਰ ਟੂ ਡੋਰ ਉਹਨਾਂ ਪਰਿਵਾਰਾਂ ਦੇ ਨਾਲ ਜਾ ਕੇ ਰਾਬਤਾ ਕਾਇਮ ਕਰਕੇ ਉਹਨਾਂ ਬੱਚਿਆਂ ਨੂੰ ਅਸੀਂ ਆਪ ਲੈ ਕੇ ਆਏ। ਔਰ ਹੁਣ ਜਿਹੜਾ ਸਮਾਂ ਹੈਗਾ ਵਾ, ਹੁਣ ਜਿਵੇਂ ਕਿ ਜੁਝਾਰੂ ਸਿੰਘਾਂ ਦੇ ਜਿਹੜੇ ਬੱਚੇ ਹੈਗੇ ਉਹ ਪੜ੍ਹ ਲਿਖ ਕੇ ਆਪਣੇ ਆਪਣੇ ਕੰਮਾਂ ਕਾਰਾਂ 'ਤੇ ਲੱਗ ਚੁੱਕੇ ਹੈਗੇ ਆ। ਔਰ ਬਹੁਤ ਸਾਰਿਆਂ ਦੇ ਵਿਆਹ ਵੀ ਹੋ ਚੁੱਕੇ ਆ। ਗਿਣਤੀ ਦੀਆਂ ਇੱਕ ਲੜਕੀਆਂ ਨੇ ਜਿਹੜੀਆਂ ਮੇਰੇ ਕੋਲ ਇਸ ਟਾਈਮ ਜੁਝਾਰੂ ਸਿੰਘਾਂ ਦੀਆਂ ਹੈਗੀਆਂ ਜਿਨ੍ਹਾਂ ਦੇ ਆਨੰਦ ਕਾਰਜ ਹੋਣ ਵਾਲੇ ਆ। ਬਾਕੀ ਸਾਰੇ ਬੱਚੇ ਸੈਟਲ ਹੋ ਚੁੱਕੇ ਹਨ। ਹੁਣ ਇਸ ਟਾਈਮ ਜੇ ਆਪਾਂ ਗੱਲ ਕਰੀਏ ਤਾਂ ਮੇਰੇ ਕੋਲ ਬਹੁਤ ਸਾਰੀਆਂ ਜਿਹੜੀਆਂ ਬੱਚੀਆਂ ਨੇ ਜਿਨ੍ਹਾਂ ਦੇ ਮਾਤਾ ਜਾਂ ਪਿਤਾ ਦੀ ਕਿਸੇ ਵੀ ਰੀਜ਼ਨ ਡੈਥ ਹੋ ਗਈ, ਉਹ ਬੱਚੀਆਂ ਨੇ, ਕਿਸੇ ਦਾ ਤਲਾਕ ਹੋ ਗਿਆ ਉਹ ਬੱਚੀਆਂ ਨੇ, ਜਾਂ ਕੁਛ ਭਰੂਣ ਹੱਤਿਆ ਤੋਂ ਬਚਾਈਆਂ ਹੋਈਆਂ ਬੱਚੀਆਂ ਨੇਗੀਆਂ। ਕੁਝ ਬੱਚੀਆਂ ਉਹ ਵੀ ਨੇਗੀਆਂ ਜਿਹੜੀਆਂ ਕਿਸਾਨਾਂ ਦੇ ਵਿੱਚ ਜਿਨ੍ਹਾਂ ਨੇ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ, ਕਰਜ਼ੇ ਦੀ ਮਾਰ ਹੇਠਾਂ ਆਣ ਕੇ ਉਹਨਾਂ ਦੇ ਘਰ ਉੱਜੜ ਗਏ, ਉਹ ਵੀ ਜਿਹੜੀਆਂ ਬੱਚੀਆਂ ਨੇਗੀਆਂ ਉਹਨਾਂ ਨੂੰ ਵੀ ਅਸੀਂ ਟਰੱਸਟ ਵਿੱਚ ਰੱਖ ਕੇ ਪੜ੍ਹਾ ਰਹੇ ਹੈਗੇ ਹਾਂ। ਹੁਣ ਜਿਹੜਾ ਹੈਗਾ ਵਾ ਜਿਵੇਂ ਕਿ ਇਸ ਸੇਵਾ ਨੂੰ ਚੱਲਦਿਆਂ ਨੂੰ 26 ਸਾਲ ਹੋ ਚੁੱਕੇ ਹੈਗੇ ਆ, ਅਤੇ ਮੀਡੀਆ ਦੇ ਰਾਹੀਂ ਜਿਹੜਾ ਹੈਗਾ ਵਾ ਆਮ ਲੋਕਾਂ ਨੂੰ ਜਾਂ ਜਿਹੜੀਆਂ ਬੱਚੀਆਂ ਇੱਥੇ ਪੜ੍ਹਦੀਆਂ ਨੇ ਉਹ ਹੋਰਾਂ ਬੱਚਿਆਂ ਨੂੰ ਜਿਹੜੇ ਵੀ ਲੋੜਵੰਦ ਹੈ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਆ। ਤਾਂ ਇਸ ਤਰੀਕੇ ਦੇ ਨਾਲ ਆਪਣੇ ਆਪ ਹੀ ਆਟੋਮੈਟਿਕਲੀ ਜਿਹੜੇ ਹੈਗੇ ਆ ਲੋਕ ਸਾਡੇ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਬੱਚਿਆਂ ਨੂੰ ਇੱਥੇ ਛੱਡ ਕੇ ਜਾਂਦੇ ਆ। ਇਸ ਟਾਈਮ ਕਿੰਨੇ ਕੁ ਬੱਚੇ ਹੈਗੇ ਆ, ਕਿਉਂਕਿ 1996 ਤੋਂ ਤੁਸੀਂ ਸ਼ੁਰੂ ਕੀਤਾ ਹੋਇਆ ਸਾਰਾ, ਬੱਚੇ ਜਿਹੜੇ ਨੇ ਲੋੜਵੰਦ ਪਰਿਵਾਰਾਂ ਦੇ ਬੱਚੇ ਨੇ, ਸ਼ਹੀਦ ਪਰਿਵਾਰਾਂ ਦੇ ਬੱਚੇ ਹੈਗੇ ਨੇ, ਅਤੇ ਇਸ ਟਾਈਮ ਕਿੰਨੇ ਬੱਚੇ ਆ? ਇਸ ਟਾਈਮ ਜੇ ਗੱਲ ਕਰੀਏ ਤਾਂ ਮੇਰੇ ਕੋਲ ਜਿਹੜੀ ਜਗ੍ਹਾ ਹੈਗੀ ਉਹ ਬਹੁਤ ਥੋੜ੍ਹੀ ਹੈਗੀ ਆ। 200 ਤੋਂ ਉੱਪਰ ਬੱਚੀਆਂ ਤਾਂ ਵੈਸੇ ਹੈਗੀਆਂ ਨੇ, ਕੁਝ ਬੱਚੀਆਂ ਹੋਸਟਲਾਂ ਵਿੱਚ ਵੀ ਪੜ੍ਹ ਰਹੀਆਂ ਨੇਗੀਆਂ, ਪਰ ਇਸ ਟਾਈਮ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਨੇਗੀਆਂ ਉਹ ਇਸ ਸੰਸਥਾ ਵਿੱਚ ਮੇਰੇ ਕੋਲ ਰਹਿ ਕੇ ਪੜ੍ਹਨਾ ਚਾਹੁੰਦੀਆਂ। ਉਹਨਾਂ ਦੇ ਜਿਹੜੇ ਹੈਗੇ ਆ ਵਾਰਸ ਹੈਗੇ ਆ, ਜਿਵੇਂ ਕਿ ਕਿਸੇ ਦਾ ਮਾਤਾ ਪਿਤਾ ਤਾਂ ਨਹੀਂ ਹੈਗਾ, ਲੇਕਿਨ ਉਹਨਾਂ ਦੇ ਕੋਈ ਚਾਚੇ ਤਾਏ ਜਾਂ ਭੂਆ ਜਾਂ ਜਿਹੜੇ ਵੀ ਰਿਸ਼ਤੇਦਾਰ ਉਹਨਾਂ ਦੇ ਹੈਗੇ ਨੇ, ਉਹ ਇਸ ਗੱਲ ਦਾ ਵਿਸ਼ਵਾਸ ਕਰਦੇ ਆ ਕਿ ਅਸੀਂ ਆਪਣੀ ਬੱਚੀ ਨੂੰ ਜਿਹੜੀ ਹੈਗੀ ਆ ਤੁਹਾਡੀ ਦੇਖ ਰੇਖ ਵਿੱਚ ਹੀ ਛੱਡਣਾ ਚਾਹੁੰਦੇ ਹਾਂ। ਲੇਕਿਨ ਮੈਂ ਜਿਹੜੀਆਂ ਵੀ ਬੱਚੀਆਂ ਮੇਰੇ ਕੋਲ ਆ ਰਹੀਆਂ ਨੇ, ਹੁਣ ਮੇਰੇ ਕੋਲ ਜਗ੍ਹਾ ਨਹੀਂ ਹੈਗੀ, ਇੱਕ ਵੀ ਸੀਟ ਖਾਲੀ ਨਹੀਂ ਹੈਗੀ, ਤਾਂ ਮੈਂ ਕੁਝ ਹੋਰ ਸੰਸਥਾਵਾਂ ਵਿੱਚ ਉਹਨਾਂ ਬੱਚੀਆਂ ਨੂੰ, ਜਿਵੇਂ ਕਿ ਪਿੱਛੇ ਅਸੀਂ 20 ਮਾਰਚ ਨੂੰ ਉਹਨਾਂ ਬੱਚੀਆਂ ਦਾ ਟੈਸਟ ਲਿਆ ਸੀ, ਮੇਰੇ ਕੋਲ 40 ਸੀਟਾਂ ਖਾਲੀ ਸੀਗੀਆਂ। ਔਰ ਜਿਹੜੀਆਂ ਮੇਰੇ ਕੋਲ 65 ਬੱਚੀਆਂ ਆਈਆਂ ਸੀ, ਜਿਹੜੀਆਂ ਬਾਕੀ ਬੱਚੀਆਂ ਸੀ ਉਹਨਾਂ ਨੂੰ ਮੈਂ ਹੋਰ ਸੰਸਥਾਵਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਅਤੇ ਉਹਨਾਂ ਨੂੰ ਦੂਜੀਆਂ ਸੰਸਥਾਵਾਂ ਵਿੱਚ ਐਡਜਸਟ ਕਰਾਇਆ। ਅੱਜ ਵੀ ਮਤਲਬ ਕਿ ਹੁਣ ਤੱਕ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਲੋਕਾਂ ਦੇ ਮੈਨੂੰ ਫੋਨ ਆਉਂਦੇ ਹੈਗੇ ਆ, ਕਿਸੇ ਦੇ ਆਂਢ ਗੁਆਂਢ ਕੋਈ ਕਹਿੰਦਾ ਇਸ ਦਾ ਫਾਦਰ ਨਹੀਂ ਹੈਗਾ ਬੱਚੀ ਦਾ, ਕਿਸੇ ਦੇ ਮਦਰ ਫਾਦਰ ਦੋਨੋਂ ਨਹੀਂ ਹੈਗੇ, ਬੱਚੀ ਰੁੱਲ ਰਹੀ ਹੈਗੀ ਆ। ਕੁਝ ਬਜ਼ੁਰਗ ਦਾਦੀ ਦਾਦਾ ਜਾਂ ਨਾਨੀ ਨਾਨਾ ਬੱਚੀ ਨੂੰ ਸੰਭਾਲਣ ਤੋਂ ਅਸਮਰੱਥ ਨੇ, ਉਹ ਲੋਕ ਵੀ ਸੰਪਰਕ ਕਰਦੇ ਹੈਗੇ ਕਿ ਮਾਤਾ ਪਿਤਾ ਨਹੀਂ ਹੈਗਾ, ਅਸੀਂ ਬੱਚੀ ਨੂੰ ਤੁਹਾਡੇ ਕੋਲ ਛੱਡਣਾ ਚਾਹੁੰਦੇ ਹੈਗੇ ਆ। ਮੈਂ ਸੰਗਤ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਨੇਗੀਆਂ ਰੁੱਲ ਰਹੀਆਂ ਨੇ ਘਰਾਂ ਦੇ ਵਿੱਚ, ਜਿਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਹੈਗਾ, ਜਿਨ੍ਹਾਂ ਦੇ ਮਾਤਾ ਪਿਤਾ ਇਸ ਦੁਨੀਆ ਤੋਂ ਜਾ ਚੁੱਕੇ ਨੇਗੇ। ਸੰਗਤ ਸਹਿਯੋਗ ਦੇਵੇ, ਮੈਂ ਹਜ਼ਾਰਾਂ ਬੱਚੀਆਂ ਸੰਭਾਲ ਸਕਦੀ ਹੈਗੀ ਹਾਂ। ਗੁਰੂ ਮਹਾਰਾਜ ਨੇ ਮੈਨੂੰ ਇੰਨੀ ਐਨਰਜੀ ਦਿੱਤੀ ਹੈ, ਇੰਨੀ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਰਪਾ ਦਿੱਤੀ ਹੈਗੀ ਆ, ਪਰ ਜੋ ਸੰਗਤ ਨੇ ਕਰਨਾ ਹੈਗਾ ਉਹ ਸੰਗਤ ਦੀ ਜ਼ਿੰਮੇਵਾਰੀ ਬਣਦੀ ਹੈ। ਸੰਗਤ ਬਹੁਤ ਜ਼ਿਆਦਾ ਸਹਿਯੋਗ ਕਰ ਵੀ ਰਹੀ ਆ, ਤਾਂ ਹੀ ਮੈਂ ਇੰਨੀਆਂ ਬੱਚੀਆਂ ਨੂੰ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਬੱਚੀ ਜੋ ਵੀ ਕਰਨਾ ਚਾਹੁੰਦੀ, ਜਿਹੜੇ ਵੀ ਕਾਲਜ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਚਾਹੁੰਦੀ ਹੈਗੀ, ਮੈਂ ਬੜੇ ਹੌਸਲੇ ਦੇ ਨਾਲ, ਬੜੇ ਵਿਸ਼ਵਾਸ ਦੇ ਨਾਲ ਉਸ ਬੱਚੀ ਨੂੰ ਦਾਖਲਾ ਜਿਹੜਾ ਹੈਗਾ ਉਹਨਾਂ ਥਾਵਾਂ 'ਤੇ ਦਵਾ ਰਹੀ ਹੈਗੀ ਹਾਂ।
ਲੱਖਾਂ ਦੀ ਜਿਹੜੀ ਪੜ੍ਹਾਈ ਦੇ ਕੋਰਸ ਹੈਗੇ ਉਹ ਬੱਚੀਆਂ ਜਿਹੜੀਆਂ ਕਰ ਰਹੀਆਂ ਨੇਗੀਆਂ। ਪਰ ਮੈਂ ਚਾਹੁੰਦੀ ਹਾਂ ਕਿ ਜਿਹੜੀਆਂ ਬੱਚੀਆਂ ਨੂੰ ਮੈਂ ਮਨਾ ਕਰ ਦਿੰਦੀ ਹਾਂ ਕਿ ਮੇਰੇ ਕੋਲ ਜਗ੍ਹਾ ਨਹੀਂ ਹੈਗੀ, ਸੰਗਤਾਂ ਸਹਿਯੋਗ ਦੇਣ, ਇਸ ਸੰਸਥਾ ਨੂੰ ਅਸੀਂ ਇੰਨੇ ਵੱਡੇ ਪੱਧਰ ਤੱਕ ਲੈ ਜਾਈਏ ਕਿ ਇੱਕ ਵੀ ਬੱਚੀ ਨੂੰ ਜਵਾਬ ਨਾ ਦੇਣਾ ਪਵੇ ਕਿ ਸਾਡੇ ਕੋਲ ਸੀਟ ਖਾਲੀ ਨਹੀਂ ਹੈਗੀ, ਸਾਡੇ ਕੋਲ ਬੈੱਡ ਖਾਲੀ ਨਹੀਂ ਹੈਗਾ, ਅਸੀਂ ਤੈਨੂੰ ਨਹੀਂ ਰੱਖ ਸਕਦੇ। ਮੈਂ ਚਾਹੁੰਦੀ ਹਾਂ ਕਿ ਸੰਗਤਾਂ ਬਹੁਤ ਵੱਡੇ ਪੱਧਰ 'ਤੇ ਸਹਿਯੋਗ ਦੇਣ ਤਾਂ ਇਹ ਸਭ ਕੁਛ ਤਾਂ ਹੀ ਪੋਸੀਬਲ ਹੋ ਸਕਦਾ ਹੈਗਾ। 25-26 ਸਾਲ ਕਿਸੇ ਸੰਸਥਾ ਦੇ ਸ਼ੁਰੂਆਤ ਵਿੱਚ ਕੁਛ ਵੀ ਨਹੀਂ ਹੁੰਦੇ ਹੈਗੇ, ਪੂਰੀਆਂ ਪੀੜ੍ਹੀਆਂ ਲੱਗ ਜਾਂਦੀਆਂ ਨੇ ਜਦੋਂ ਆਪਾਂ ਇੱਕ ਸੰਸਥਾ ਦੀ ਆਪਾਂ ਕਰਦੇ ਹੈਗੇ ਆ। ਉਹਨੂੰ ਵੱਡੇ ਪੱਧਰ 'ਤੇ ਲਿਜਾਣ ਦੇ ਲਈ ਬਹੁਤ ਸਾਰੀ ਐਨਰਜੀ ਦੀ, ਪ੍ਰਬੰਧਕਾਂ ਦੇ ਬਹੁਤ ਵੱਡੇ ਦਿਲ ਚਾਹੀਦੇ ਨੇ, ਸੰਗਤਾਂ ਦੇ ਵੀ ਬਹੁਤ ਵੱਡੇ ਦਿਲ ਚਾਹੀਦੇ ਨੇ ਕਿ ਜਿਹੜਾ ਖੁੱਲ੍ਹ ਕੇ ਇੱਥੇ ਦਾਨ ਦੇਣ। ਅਤੇ ਪ੍ਰਬੰਧਕਾਂ ਦੀ ਅੱਗੋਂ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸੇ ਜਿਸ ਹਿਸਾਬ ਨਾਲ ਸੰਗਤ ਦਾ ਸਹਿਯੋਗ ਹੁੰਦਾ ਉਸੇ ਹਿਸਾਬ ਦੇ ਨਾਲ ਉਸ ਪ੍ਰਬੰਧ ਨੂੰ ਵੱਡਾ ਕਰਕੇ ਅਤੇ ਕਿਸੇ ਵੀ ਬੱਚੀ ਨੂੰ ਅਸੀਂ ਇੱਥੋਂ ਵਾਪਸ ਨਾ ਭੇਜੀਏ। ਜਿਹੜੀ ਵੀ ਬੱਚੀ ਇੱਥੇ ਦਾਖਲਾ ਲੈਣਾ ਚਾਹੁੰਦੀ ਆ, ਆਰਾਮ ਦੇ ਨਾਲ ਉਹ ਇੱਥੇ ਰਹਿ ਕੇ ਆਪਣੇ, ਨਾਲੇ ਤਾਂ ਗੁਰਮਤ ਦੇ ਨਾਲ ਬੱਚੀਆਂ ਇੱਥੋਂ, ਗੁਰਮਤ ਦਾ ਮਾਹੌਲ ਹੈਗਾ, ਆਪਣੇ ਧਰਮ ਦੇ ਨਾਲ ਬੱਚੀਆਂ ਜੁੜਦੀਆਂ ਨੇਗੀਆਂ। ਅਤੇ ਨਾਲ ਦੀ ਨਾਲ ਸਾਡੀ ਇੱਥੇ ਹੈਗਾ ਸਿਸਟਮ ਹੈ ਕਿ ਸਵੇਰੇ ਸ਼ਾਮ ਅਸੀਂ ਬੱਚੇ ਇੱਥੇ ਮਹਾਰਾਜ ਦਾ ਦਰਬਾਰ ਬਣਿਆ ਹੋਇਆ ਹੈਗਾ, ਗੁਰਦੁਆਰੇ ਵਿੱਚ ਜਾ ਕੇ ਬੱਚੀਆਂ ਸਵੇਰੇ ਸ਼ਾਮ ਨਿਤਨੇਮ ਕਰਦੀਆਂ ਨੇ। ਗੱਤਕੇ ਦੀ ਸਿੱਖਿਆ ਵੀ ਅਸੀਂ ਬੱਚਿਆਂ ਨੂੰ ਟੀਚਰ ਰੱਖੇ ਹੋਏ ਆ। ਇਸ ਤੋਂ ਇਲਾਵਾ ਮਾਧੋ ਮਿਊਜ਼ਿਕ ਵੱਲੋਂ ਸਾਡੇ ਇੱਥੇ ਜਿਹੜੀਆਂ ਕੀਰਤਨ ਦੀਆਂ ਕਲਾਸਾਂ ਜਿਹੜੀਆਂ ਉਹ ਵੀ ਲਗਾਈਆਂ ਜਾਂਦੀਆਂ ਨੇਗੀਆਂ। ਟੀਚਰ ਆਉਂਦੇ ਨੇਗੇ, ਤਬਲੇ ਵਾਲੇ ਟੀਚਰ ਆਉਂਦੇ ਨੇ, ਕੀਰਤਨ ਸਿਖਾਉਣ ਵਾਲੇ ਵੀ ਮੈਡਮ ਆਉਂਦੇ ਹੈਗੇ ਨੇਗੇ। ਤਾਂ ਇਸ ਤਰੀਕੇ ਨਾਲ ਬੱਚਿਆਂ ਨੂੰ ਗੁਰਮਤ ਦੇ ਨਾਲ ਵੀ ਜੋੜਨਾ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਜਿਹੜਾ ਕਿ ਘਰਾਂ ਦੇ ਵਿੱਚ ਜਿਹੜਾ ਹੈਗਾ ਵਾ, ਚਲੋ ਕੁਝ ਤਾਂ ਜਿਹੜੇ ਪੇਰੈਂਟਸ ਜਿਹੜੇ ਗੁਰਮਤ ਦੇ ਨਾਲ ਜੁੜੇ ਹੋਏ ਆ, ਅਕਾਲ ਪੁਰਖ ਦੀ ਕਿਰਪਾ ਉਹ ਤੇ ਬੱਚਿਆਂ ਨੂੰ ਜੋੜ ਰਹੇ, ਪਰ ਆਮ ਲੋਕਾਂ ਦੀ ਮੈਂ ਗੱਲ ਕਰ ਰਹੀ ਹਾਂ ਕਿ ਆਮ ਜਿਹੜੇ ਹੈਗੇ ਆ ਬੱਚੇ ਜਿਹੜੇ ਹੈਗੇ ਆ, ਉਹਨਾਂ ਨੂੰ ਗੁਰੂ ਦੀ ਜਿਹੜੀ ਹੈਗੀ ਆ ਉਹ ਸਿੱਖਿਆ ਦੇਣੀ, ਨਿਤਨੇਮ ਦੇ ਨਾਲ ਜੋੜਨਾ, ਗੁਰੂ ਘਰ ਦੇ ਨਾਲ ਜੋੜਨਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਏ। ਤਾਂ ਹੀ ਜਿਹੜਾ ਹੈਗਾ ਸਾਡੀ, ਅਸੀਂ ਆਪਣੀ ਜਿਹੜੀ ਕੌਮ ਨੂੰ ਅੱਗੇ ਵਧਾ ਸਕਦੇ ਹਾਂ। ਆਪਣੇ ਧਰਮ ਦੇ ਨਾਲ ਜੋੜਨ ਤੋਂ ਬਿਨਾਂ ਅਸੀਂ ਅੱਗੇ ਨਹੀਂ ਵਧਾ ਸਕਦੇ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਮਾਤਾ ਪਿਤਾ ਬਚਪਨ ਵਿੱਚ ਹੀ ਸਾਨੂੰ ਨਸ਼ਿਆਂ ਤੋਂ ਨਫ਼ਰਤ ਕਰਵਾ ਦਿੰਦੇ ਹੁੰਦੇ ਸੀਗੇ, ਪਰ ਅੱਜ ਕੱਲ੍ਹ ਮਾਪਿਆਂ ਕੋਲ ਸਮਾਂ ਹੀ ਨਹੀਂ ਹੈਗਾ। ਬੱਚੇ ਜਿਹੜੇ ਮਾਪਿਆਂ ਕੋਲ ਬੈਠਦੇ ਨਹੀਂ, ਉਹ ਮੋਬਾਈਲਾਂ ਦੇ ਵਿੱਚ ਬਚਪਨ ਜਿਹੜਾ ਕੈਦ ਹੋ ਗਿਆ ਵਾ, TV LCDਆਂ ਦੇ ਵਿੱਚੋਂ ਬਚਪਨ ਜਿਹੜਾ ਕੈਦ ਹੋ ਗਿਆ ਵਾ। ਅਤੇ ਮੈਂ ਚਾਹੁੰਦੀ ਕਿ ਸੰਗਤ ਸਹਿਯੋਗ ਦੇਵੇ ਅਤੇ ਅਸੀਂ ਸਾਰੇ ਰਲ ਮਿਲ ਕੇ ਇਸ ਸੰਸਥਾ ਨੂੰ ਬਹੁਤ ਵੱਡੇ ਪੱਧਰ 'ਤੇ ਲਿਜਾ ਕੇ ਇਹਨਾਂ ਬੱਚੀਆਂ ਨੂੰ ਇੱਥੇ ਰੱਖ ਕੇ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਦੇ ਨਾਲ ਵੀ ਜੋੜੀਏ। ਤੁਸੀਂ ਜਿਵੇਂ ਸਾਰੀ ਜਾਣਕਾਰੀ ਦਿੱਤੀ ਹੈ, ਇੱਕ ਤੁਸੀਂ ਮਾਂ ਦਾ ਰੋਲ ਵੀ ਅਦਾ ਕਰ ਰਹੇ ਹੋ, ਕਿਉਂਕਿ ਜਦੋਂ ਬੱਚੀ ਪੜ੍ਹਨ ਆ ਜਾਂਦੀ ਹੈ ਤਾਂ ਉਹਨੂੰ ਮਾਂ, ਵੱਡੀ ਭੈਣ ਜਾਂ ਉਹਦਾ ਖਾਸ ਰਿਸ਼ਤੇਦਾਰ ਜਿਹੜਾ ਉਹਦੀ ਤੁਸੀਂ ਜਿਹੜੀ ਘਾਟ ਜਿਹੜੀ ਉਹ ਪੂਰੀ ਕਰਦੇ ਹੋ। ਤਾਂ ਬੱਚਿਆਂ ਦਾ ਦਰਦ ਵੀ ਤੁਸੀਂ ਨੇੜੇ ਆ ਕੇ ਸਮਝਦੇ ਹੋ, ਕਿਹੋ ਜਿਹਾ ਫੀਲ ਕਰਦੇ ਨੇ ਬੱਚੇ ਇੱਥੇ? ਦੇਖੋ, ਬੱਚਿਆਂ ਨੂੰ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਇੱਕ ਇਹ ਜਿਹੜਾ ਵੱਡਾ ਪਰਿਵਾਰ ਹੈਗਾ ਇਹਦੇ ਵਿੱਚ ਘਰ ਨਾਲ ਦਾ ਮਾਹੌਲ ਦਿੱਤਾ ਜਾਵੇ। ਸਭ ਤੋਂ ਜ਼ਰੂਰੀ ਤਾਂ ਹੁੰਦਾ ਬੱਚਿਆਂ ਦਾ ਚੰਗਾ ਰਹਿਣ ਸਹਿਣ, ਬੱਚਿਆਂ ਨੂੰ ਖਾਣਾ ਵਧੀਆ ਦਿੱਤਾ ਜਾਵੇ, ਬੱਚਿਆਂ ਦੇ ਬੈੱਡ ਬਿਸਤਰੇ, ਹਰ ਇੱਕ ਚੀਜ਼ ਜਿਹੜੀ ਹੈਗੀ ਆ, ਉਹਨਾਂ ਦੇ ਬਾਥਰੂਮ ਸਾਫ਼ ਹੋਣ, ਹਰ ਇੱਕ ਜੋ ਆਪਾਂ ਘਰ ਵਿੱਚ ਇੱਕ ਜਿਵੇਂ ਕਿ ਘਰ ਦਾ ਮੁਖੀ ਚਾਹੁੰਦਾ ਹੈਗਾ ਕਿ ਉਹਦੇ ਘਰ ਦੇ ਵਿੱਚ ਹਰ ਇੱਕ ਮੈਂਬਰ ਨੂੰ ਉਹਦੇ ਅਨੁਸਾਰ ਰਹਿਣ ਸਹਿਣ ਮਿਲੇ। ਇਸੇ ਤਰੀਕੇ ਦੇ ਨਾਲ ਮੈਂ ਵੀ ਇਸ ਪਰਿਵਾਰ ਬਾਰੇ ਇਹੀ ਸੋਚਦੀ ਹਾਂ ਕਿ ਇੱਥੋਂ ਦੀਆਂ ਬੱਚੀਆਂ ਨੂੰ, ਇੱਥੋਂ ਦੀਆਂ ਬੀਬੀਆਂ ਨੂੰ, ਜਿਹੜੀਆਂ ਬਜ਼ੁਰਗ ਸ਼ਹੀਦਾਂ ਦੀਆਂ ਮਾਤਾਵਾਂ ਇੱਥੇ ਰਹਿ ਰਹੀਆਂ ਨੇ, ਉਹਨਾਂ ਦੇ ਅਨੁਸਾਰ ਹੀ ਸਾਰਾ ਜਿਹੜਾ ਰਹਿਣ ਸਹਿਣ ਹੈਗਾ ਉਹ ਕੀਤਾ ਜਾਵੇ। ਸ਼ੁਰੂ ਦੇ ਦਹਾਕੇ ਜਿਹੜੇ ਬਹੁਤ ਸਾਡੀਆਂ ਪਰੇਸ਼ਾਨੀਆਂ ਵਿੱਚ ਲੰਘੇ ਹੈਗੇ ਆ, ਬਹੁਤ ਮੁਸ਼ਕਿਲਾਂ ਦੇ ਵਿੱਚੋਂ ਲੰਘੇ ਆ। ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ, ਜਿਵੇਂ ਜਿਵੇਂ ਸੰਗਤਾਂ ਸਾਨੂੰ ਸਹਿਯੋਗ ਕਰ ਰਹੀਆਂ ਨੇ, ਉਵੇਂ ਉਵੇਂ ਇੱਥੇ ਜਿਹੜੀਆਂ ਹੈਗੀਆਂ ਨੇ ਉਹ ਹਰ ਇੱਕ ਸਹੂਲਤ ਜਿਹੜੀ ਹੈਗੀ ਉਹ ਬੱਚਿਆਂ ਨੂੰ ਦਿੱਤੀ ਜਾ ਰਹੀ ਹੈਗੀ ਆ। ਅਤੇ ਤੁਸੀਂ ਹੁਣ ਸੰਸਥਾ ਜਿਹੜੀ ਆ ਵੱਡੀ ਬਣ ਗਈ ਹੈ, 26 ਸਾਲ ਜਿਹੜੇ ਨੇ ਉਹ ਹੋ ਗਏ ਨੇ। ਤੁਸੀਂ ਕਿਉਂਕਿ ਜਦੋਂ ਤੁਸੀਂ ਵੱਡਾ ਕੰਮ ਕੋਈ ਕਰਦੇ ਹੋ ਤਾਂ ਉਹਦੇ ਵਿੱਚ ਕਈ ਕਮੀਆਂ ਵੀ ਰਹਿ ਜਾਂਦੀਆਂ ਨੇ, ਉਹ ਤੁਸੀਂ ਦੇਖ ਰਹੇ ਹੋਵੋਗੇ, ਪਰ ਤੁਹਾਨੂੰ ਕੀ ਲੱਗਦਾ ਵੀ ਘਾਟ ਕਿਹੜੀ ਹੈਗੀ ਹੈ ਹੁਣ? ਸੰਸਥਾ ਨੂੰ ਕਿਹੜੀ ਚੀਜ਼ ਦੀ ਵੱਡੀ ਲੋੜ ਹੈਗੀ ਹੈ? ਹੁਣ ਕਰੀਬ ਸਾਰਾ ਕੁਛ ਹੀ ਸੰਸਥਾ ਦੇ ਕੋਲ ਹੈਗਾ ਹੈ। ਹੁਣ ਜਿਹੜੀ ਥੋੜ੍ਹੀ ਜਿਹੀ ਘਾਟ ਹੈ ਮੈਂ ਮਹਿਸੂਸ ਕਰਦੀ, ਜਿਵੇਂ ਕਿ ਅਸੀਂ ਇੱਕ ਵੱਡਾ ਜਿਹੜਾ ਹਾਲ ਹੈ ਉਹ ਲਾਇਬ੍ਰੇਰੀ ਦੇ ਰੂਪ ਵਿੱਚ ਰੱਖਿਆ ਹੋਇਆ ਹੈ, ਲੇਕਿਨ ਉਹਦੇ ਵਿੱਚ ਲਾਇਬ੍ਰੇਰੀ ਵਿੱਚ ਜਿਵੇਂ ਅਲਮਾਰੀਆਂ ਬਣਾਉਣੀਆਂ ਨੇ, ਬੁੱਕਸ ਰੱਖਣੀਆਂ ਨੇ। ਮੈਂ ਚਾਹੁੰਦੀ ਹਾਂ ਕਿ ਇਤਿਹਾਸਕ ਗ੍ਰੰਥ ਜਿਹੜੇ ਹੈਗੇ ਆ, ਜਿਹੜੇ ਜ਼ਰੂਰੀ ਹੈਗੇ ਆ, ਕਿ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਹੈਗੀ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਗੁਰਸਿੱਖੀ ਦੇ ਨਾਲ ਜੋੜਨ ਦੇ ਲਈ ਜਿਹੜਾ ਇਤਿਹਾਸ ਹੈਗਾ, ਇਤਿਹਾਸ ਤੋਂ ਜਾਣੂ ਕਰਾਇਆ ਜਾ ਸਕੇ। ਅਤੇ ਇਹ ਜਿਹੜੀ ਲਾਇਬ੍ਰੇਰੀ
ਜਿਹੜੀ ਹੈਗੀ ਆ ਉਹਨੂੰ ਘੱਟ ਤੋਂ ਘੱਟ 4-5 ਲੱਖ ਦਾ ਜਿਹੜਾ ਉਹ ਖਰਚਾ ਹੈਗਾ ਵਾ ਕਿ ਅਲਮਾਰੀਆਂ ਰੱਖ ਕੇ ਉੱਥੇ ਕਿਤਾਬਾਂ ਰੱਖੀਆਂ ਜਾਣ ਸਟਾਰਟਿੰਗ ਦੇ ਵਿੱਚ। ਜਦ ਕਿ ਖਰਚੇ ਤਾਂ ਅਸੀਂ ਫਰਨੀਚਰ ਲਿਆਉਣਾ ਵਾ, ਚੇਅਰ ਲਿਆਉਣੀਆਂ, ਟੇਬਲ ਲਿਆਉਣੀਆਂ, ਬੱਚਿਆਂ ਦੇ ਬੈਠਣ ਦੇ ਲਈ AC ਲਗਾਉਣਾ, ਕਿਉਂਕਿ ਇੱਕ ਵਧੀਆ ਮਾਹੌਲ ਹੋਏਗਾ ਤੇ ਤਾਂ ਹੀ ਬੱਚਾ ਵਧੀਆ ਤਰੀਕੇ ਨਾਲ ਮਨ ਲਗਾ ਕੇ ਜਿਹੜਾ ਹੈਗਾ ਇਕਾਂਤ ਦੇ ਵਿੱਚ ਜਿਹੜਾ ਹੈਗਾ ਆਪਣੇ ਇਤਿਹਾਸ ਨੂੰ ਉਹ ਬੱਚਾ ਪੜ੍ਹ ਸਕਦਾ ਹੈਗਾ ਵਾ। ਫਿਲਹਾਲ ਤਾਂ ਮੈਂ ਇਹੀ ਕਮੀ ਮਹਿਸੂਸ ਕਰਦੀ ਹਾਂ ਕਿ ਲਾਇਬ੍ਰੇਰੀ ਜਿੰਨੀ ਵੀ ਜਲਦੀ ਹੋ ਸਕੇ ਸੰਗਤਾਂ ਸਹਿਯੋਗ ਕਰਨ, ਕਿਉਂਕਿ ਰੂਮ ਸਾਡੇ ਕੋਲ ਬਣ ਚੁੱਕਿਆ ਹੈਗਾ ਵਾ। ਬਸ ਬਾਕੀ ਜਿਹੜੀ ਹੈਗੀ ਅਸੈਸਰੀ ਦੀ ਜਿਹੜੀ ਹੈਗੀ ਉਹ ਘਾਟ ਹੈਗੀ ਆ, ਤੇ ਸੰਗਤਾਂ ਸਹਿਯੋਗ ਕਰਨ ਤੇ ਉਹ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਆਪਾਂ ਉਹਨੂੰ ਕੰਪਲੀਟ ਕਰ ਸਕੀਏ। ਪਦਾਰਥਵਾਦੀ ਯੁੱਗ ਹੈਗਾ, ਪਦਾਰਥਵਾਦੀ ਯੁੱਗ ਦੇ ਅੰਦਰ ਲੋਕ ਜਿਹੜੇ ਨੇ ਆਪਣੇ ਪਰਿਵਾਰ ਲਈ ਜਾਂ ਨਿੱਜਵਾਦ ਲਈ ਹੀ ਸੋਚਦੇ ਨੇ। ਤੁਸੀਂ ਦੂਜੇ ਲੋਕਾਂ ਲਈ ਸੋਚਦੇ ਹੋ ਤਾਂ ਕਿਵੇਂ ਫੀਲ ਹੁੰਦਾ, ਜਾਂ ਲੋਕਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਜਿਹੜੇ ਲੋਕ ਪਦਾਰਥਵਾਦ ਯੁੱਗ ਦੇ ਵਿੱਚ ਗਲਤਾਨ ਹੋ ਕੇ ਰਹਿ ਗਏ ਨੇ? ਦੇਖੋ, ਇਨਸਾਨ ਜਿਹੜੀ ਮਨੁੱਖਾ ਜੂਨ ਹੈਗੀ ਆ ਇਹ ਅਕਾਲ ਪੁਰਖ ਨੇ ਇੱਥੇ ਭੇਜੀ ਹੈਗੀ ਆ ਰੱਬ ਦਾ ਨਾਮ ਜਪਣ ਦੇ ਲਈ। ਕਿ ਜਿਵੇਂ ਕਿ ਕਿੰਨੀਆਂ ਜੂਨਾਂ ਦੇ ਵਿੱਚੋਂ ਅਸੀਂ ਹੋ ਕੇ ਤੇ ਅਸੀਂ ਇੱਕ ਮਨੁੱਖਾ ਜੂਨ ਵਿੱਚ ਆਉਂਦੇ ਹੈਗੇ ਆ, ਜਿਹਦੇ ਵਿੱਚ ਅਸੀਂ ਸੋਚ ਸਕਦੇ ਹਾਂ, ਅਸੀਂ ਚੰਗਾ ਮਾੜਾ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਵਾ ਉਹ ਆਪਾਂ ਕਰ ਸਕਦੇ ਹੈਗੇ ਆ। ਪਰ ਮੈਂ ਸਮਝਦੀ ਹਾਂ ਕਿ ਜ਼ਿਆਦਾਤਰ ਜਿਹੜਾ ਇਨਸਾਨ ਨੂੰ ਇੱਥੇ ਭੇਜਿਆ ਗਿਆ ਹੈਗਾ ਕਿ ਤੂੰ ਰੱਬ ਦਾ ਨਾਮ ਜਪ, ਚੰਗੇ ਕਰਮ ਕਰ, ਤੂੰ ਆਪਣੇ ਜਿਹੜੀਆਂ ਅਗਲੀਆਂ ਜੂਨਾਂ ਦੇ ਚੱਕਰ ਵਿੱਚ ਪੈਣ ਤੋਂ ਜਿਹੜਾ ਹੈਗਾ ਇਹ ਸਾਨੂੰ ਇੱਕ ਮੌਕਾ ਹੁੰਦਾ। ਮਨੁੱਖਾ ਜੂਨ ਦੇ ਵਿੱਚ ਜਿਹੜਾ ਅਕਾਲ ਪੁਰਖ ਨੇ ਸਾਨੂੰ ਇੱਕ ਮੌਕਾ ਦਿੱਤਾ ਹੁੰਦਾ, ਪਰ ਜਦੋਂ ਅਸੀਂ ਇੱਥੇ ਆ ਜਾਂਦੇ ਹੈਗੇ ਆ ਫਿਰ ਅਸੀਂ ਇੱਕ ਇਸ ਚੱਕਰ ਵਿੱਚ ਪੈ ਜਾਂਦੇ ਹਾਂ ਕਿ ਸਾਡੇ ਬੱਚੇ ਹੋਣ, ਸਾਡਾ ਵਿਆਹ ਹੋਏ, ਅਸੀਂ ਅਗਲੀਆਂ ਪੀੜ੍ਹੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਜੋ ਸਾਨੂੰ ਹੁਣ ਅਕਾਲ ਪੁਰਖ ਨੇ ਦਿੱਤਾ ਹੈਗਾ ਵਾ ਉਹਦੇ ਬਾਰੇ ਨਹੀਂ ਅਸੀਂ ਸੋਚਦੇ ਕਿ ਸਾਨੂੰ ਕਿੰਨੀਆਂ ਸੁੱਖ ਸਹੂਲਤਾਂ ਮਿਲੀਆਂ ਨੇਗੀਆਂ, ਤੇ ਅਸੀਂ ਉਸ ਸੁੱਖ ਸਹੂਲਤਾਂ ਵਿੱਚ ਰੱਬ ਦਾ ਨਾਮ ਜਪ ਕੇ ਤੇ ਰੱਬ ਦਾ ਸ਼ੁਕਰਗੁਜ਼ਾਰ ਕਰੀਏ। ਹਰ ਇੱਕ ਦੀ ਖਾਹਿਸ਼ ਅੱਗੇ ਤੋਂ ਅੱਗੇ ਵੱਧਦੀ ਜਾਂਦੀ ਹੈ। ਸੋ ਧੰਨਵਾਦ। ਇਹ ਸੀਗੇ ਸੰਦੀਪ ਕੌਰ ਖਾਲਸਾ, ਜਿਹੜੇ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਨੇ, ਜਿਨ੍ਹਾਂ ਨਾਲ ਆਪਾਂ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ ਕਿ ਉਹ ਕਿਸ ਤਰੀਕੇ ਦੇ ਨਾਲ ਸਮਾਜ ਦੀ ਸੇਵਾ ਜਿਹੜੀ ਨੇ ਉਹ ਕਰ ਰਹੇ ਨੇ। ਅਤੇ ਕਿਉਂਕਿ ਜਿਹੜੇ ਜਿਹੜੇ ਸਿੰਘ ਹੈਗੇ ਨੇ ਜਿਹੜੇ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ, ਅਤੇ ਕਿਸਾਨ ਪਰਿਵਾਰ ਜਿਹੜੇ ਕਿਸਾਨ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ, ਅਤੇ ਲੋੜਵੰਦ ਪਰਿਵਾਰਾਂ ਦੀ ਇਹਨਾਂ ਨੇ ਬਾਂਹ ਫੜੀ ਹੈ। ਕਿਉਂਕਿ ਅੱਜ ਦੇ ਯੁੱਗ ਦੇ ਅੰਦਰ, ਪਦਾਰਥਵਾਦ ਦੇ ਯੁੱਗ ਦੇ ਅੰਦਰ ਲੋਕ ਜਿਹੜੇ ਨੇ ਸਵਾਰਥੀ ਹੋ ਗਏ ਨੇ। ਜਿਵੇਂ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ, ਇਹ ਸਵਾਰਥ ਦੇ ਤਹਿਤ ਲੋਕ ਬਿਰਲੇ ਲੋਕ ਹੁੰਦੇ ਨੇ ਜਿਹੜੇ ਸਮਾਜ ਲਈ ਜੀਂਦੇ ਨੇ ਅਤੇ ਸਮਾਜ ਲਈ ਕੁਝ ਚੰਗਾ ਕਰਨ ਦਾ ਯਤਨ ਕਰਦੇ ਨੇ। ਇਸੇ ਲਈ ਹੀ ਇਹਨਾਂ ਵੱਲੋਂ ਜਿਹੜਾ ਧਰਮ ਸਿੰਘ ਚੈਰੀਟੇਬਲ ਟਰੱਸਟ ਜਿਹੜਾ ਬਣਾਇਆ ਗਿਆ ਉਹਦੇ ਤਹਿਤ ਵੱਖ-ਵੱਖ ਬੱਚਿਆਂ ਨੂੰ ਜਿੱਥੇ ਉਹਨਾਂ ਦੀ ਮਨਪਸੰਦੀ ਦੀ ਪੜ੍ਹਾਈ ਜਿਹੜੀ ਆ ਉਹ ਕਰਵਾਈ ਜਾਂਦੀ ਹੈ, ਅਤੇ ਨਾਲ ਹੀ ਉਹਨਾਂ ਨੂੰ ਜਿਹੜੀ ਹੈ ਗੁਰਮਤਿ ਦੀ ਸਿੱਖਿਆ ਦਿੱਤੀ ਜਾਂਦੀ ਹੈ। ਕਿਉਂਕਿ ਆਧੁਨਿਕ ਸਮੇਂ ਦੇ ਵਿੱਚ ਗੁਰਮਤਿ ਦੀ ਜਿਹੜੀ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ। ਅਕਾਦਮਿਕ ਸਿੱਖਿਆ ਦੇ ਨਾਲ ਧਾਰਮਿਕ ਸਿੱਖਿਆ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੈ। ਜਦੋਂ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਬੱਚੇ ਜਿਹੜੇ ਨੇ ਕੁਦਰਤੀ ਹੈ ਜਿਹੜੇ ਸਮਾਜਿਕ ਕੁਰੀਤੀਆਂ ਨੇ ਉਹ ਤੋਂ ਗੁਰੇਜ਼ ਕਰਦੇ ਆ, ਅਤੇ ਸਮਾਜਿਕ ਕੁਰੀਤੀਆਂ ਤੋਂ ਬਚ ਕੇ ਇੱਕ ਚੰਗਾ ਸਮਾਜਿਕ ਜੀਵਨ, ਸਮਾਜਿਕ ਪ੍ਰਾਣੀ ਜਿਹੜੇ ਨੇ ਬੱਚੇ ਬਣਦੇ ਨੇ। ਉਹ ਮੈਂ ਸਮਝਦਾ ਧਰਮ ਸਿੰਘ ਚੈਰੀਟੇਬਲ ਟਰੱਸਟ ਜਿਹੜਾ ਹੈ ਉਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ। ਸੋ ਸੰਗਤਾਂ ਨੂੰ ਜ਼ਰੂਰ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਤੁਸੀਂ ਜੁੜੇ ਰਹੋ ਗਲੋਬਲ ਪੰਜਾਬ TV ਦੇ ਨਾਲ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਅਮਨ ਦੇ ਨਾਲ ਜਗਜੀਤ ਸਿੰਘ ਪੰਜੋਲੀ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।